ਗੁੱਡ ਮਾਰਨਿੰਗ ਸਟੂਡੈਂਟ, ਮੈਂ ਤੁਹਾਡਾ ਟੀਚਰ ਸੰਦੀਪ ਸਿੰਘ। ਮਾਡਰਨ ਇਲੈਕਟ੍ਰਿਕ ਟੈਕਸ਼ਨ ਦੇ ਵਿੱਚ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਚੈਪਟਰ ਪਾਵਰ ਸਪਲਾਈ ਅਰੇਂਜਮੈਂਟਸ। ਨੈਕਸਟ ਚੈਪਟਰ ਆਪਣਾ ਹੈਗਾ ਇਕਵਿਪਮੈਂਟ ਯੂਜ਼ਡ ਇਨ ਐਂਡ ਆਊਟਸਾਈਡ ਦਾ ਲੋਕੋਮੋਟਿਵ। ਇਹਦੇ 'ਚ ਆਪਣਾ ਪਹਿਲਾ ਟੌਪਿਕ ਆ ਬਲੌਕ ਡਾਇਗਰਾਮ ਆਫ ਲੋਕੋਮੋਟਿਵ। ਆ ਆਪਣਾ ਬਲੌਕ ਡਾਇਗਰਾਮ ਆਫ ਲੋਕੋਮੋਟਿਵ ਆ। ਇਹਦੇ 'ਚ ਜਿਹੜੇ ਕੰਪੋਨੈਂਟ ਲੱਗੇ ਹੋਏ ਆ ਉਹਨਾਂ ਦੇ ਵਿੱਚ ਪਹਿਲੋਂ ਆਉਂਦਾ ਓਵਰਹੈਡ ਲਾਈਨ, ਫਿਰ ਆਪਣਾ ਪੈਂਟੋਗ੍ਰਾਫ, फिर सर्किट ब्रेकर, फिर अपना मेन ट्रांसफार्मर तो बाद अपना मेन रैक्टीफायर, मेन इन्वर्टर, DC लिंक, एक्सिलरी इन्वर्टर, अपना लोको कूलिंग फैन, कंप्रेशर, मोटर ब्लोअर, बैटरी, 3 फेस AC मोटर्स, एक्सल ब्रशिज ਤੇ ਆਪਣੇ ਜਿਹੜੀ ਆਪਣੀ ਰੇਲ ਤੇ ਵੀਲਸ ਜਿਹੜੇ ਲੋਕੋਮੋਟਿਵ ਦੇ ਵੀਲਸ ਆ, ਇਹ ਕੰਪੋਨੈਂਟਸ ਆ ਆਪਣੀ। ਤੇ ਇਸ ਤੋਂ ਇਲਾਵਾ ਜਿਹੜੀ ਰੈੱਡ ਕਲਰ ਦੀ ਆਹ ਸਪਲਾਈ ਆ ਰਹੀ ਆ, ਇਹ ਆਪਣੀ ਜਿਹੜੀ ਹਾਈ ਵੋਲਟੇਜ ਸਪਲਾਈ ਜਿਹੜੀ ਸਪਲਾਈ ਲੈਣੀ ਆ ਆਪਾਂ, ਉਹ ਆ। ਉਸ ਤੋਂ ਬਾਅਦ ਜਿਹੜੀ ਸਟੈਪ ਡਾਊਨ ਕਰਕੇ ਆਪਾਂ ਸੈਕੰਡਰੀ ਤੋਂ ਆਪਾਂ ਜਿਹੜੀ ਸਪਲਾਈ ਲੈਣੀ ਹੈ ਟਰਾਂਸਫਾਰਮਰ ਤੋਂ, ਉਹ ਪਿੰਕ ਕਲਰ ਦੇ ਵਿੱਚ ਸ਼ੋ ਕੀਤੀ ਆ। ਉਸ ਤੋਂ ਬਾਅਦ ਬਲੂ ਕਲਰ ਦੇ ਵਿੱਚ ਆਪਣੀ ਜਿਹੜੀ DC ਲਿੰਕ ਜਾਂ DC ਸਪਲਾਈ ਜਿਹੜੀ ਆਪਾਂ ਉਹਨੂੰ ਕਹਿ ਦਈਏ, ਉਹ ਆਪਾਂ ਜਿਹੜੀ ਇਨਵਰਟਰਸ ਨੂੰ ਦੇਣੀ ਆ। ਇਨਵਰਟਰ ਤੋਂ ਜਿਹੜੀ AC ਆਪਣੀ 3 ਫੇਸ ਮੋਟਰ ਨੂੰ ਜਾਂਦੀ ਆ, ਉਹ ਜਿਹੜੀ ਪਿੰਕ ਕਲਰ ਦੀ ਆ। ਅਤੇ ਜਾਂ ਐਗਜ਼ਿਲਰੀ ਇਨਵਰਟਰ ਤੋਂ ਜਿਹੜੀ ਬਾਕੀ ਕੰਪੋਨੈਂਟਸ ਨੂੰ ਸਪਲਾਈ ਆ ਰਹੀ ਆ, ਉਹ ਵੀ ਆਪਣੀ ਪਿੰਕ ਕਲਰ ਦੀ ਆ। ਅਤੇ ਜਾਂ ਆਪਣੀ ਜਿਹੜੀ ਐਗਜ਼ਿਲਰੀ ਰੈਕਟੀਫਾਇਰ ਤੋਂ ਜਿਹੜੀ ਬੈਟਰੀ ਨੂੰ ਸਪਲਾਈ ਦਿੱਤੀ ਆ, ਉਹ ਜਿਹੜੀ ਆਪਣੀ ਗ੍ਰੀਨ ਕਲਰ ਦੀ ਆ। ਹੁਣ ਆਪਾਂ ਸਟਾਰਟਿੰਗ ਕਰੀਏ ਪਹਿਲੋਂ ਓਵਰਹੈਡ ਲਾਈਨ ਤੋਂ। ਓਵਰਹੈਡ ਲਾਈਨ ਤੋਂ ਆਪਾਂ ਜਿਹੜੀ 25 kV ਸਪਲਾਈ ਲੈਂਦੇ ਆ ਥਰੂ ਪੈਂਟੋਗ੍ਰਾਫ। ਪੈਂਟੋਗ੍ਰਾਫ ਦਾ ਮੇਨ ਕੰਮ ਕੀ ਆ ਬਈ ਜਿਹੜਾ ਆਪਣਾ ਕੰਟੈਕਟ ਬਣਾ ਕੇ ਰੱਖਣਾ ਵਾ ਓਵਰਹੈਡ ਲਾਈਨਸ ਅਤੇ ਆਪਣੇ ਲੋਕੋਮੋਟਿਵ ਦੇ ਸਰਕਟ ਦੇ ਵਿਚਾਲੇ। ਇਹ ਜਿਹੜਾ ਆਪਣਾ ਪੈਂਟੋਗ੍ਰਾਫ ਆ, ਕਿਸੇ ਵੀ ਕੰਡੀਸ਼ਨ ਦੇ ਵਿੱਚ ਵਿਦ ਦਾ ਹੈਲਪ ਆਫ ਸਪਰਿੰਗ ਸਿਸਟਮ ਪੂਰਾ ਕੰਟੈਕਟ ਬਣਾ ਕੇ ਰੱਖਦਾ ਓਵਰਹੈਡ ਲਾਈਨ ਦੇ ਨਾਲ, ਤਾਂ ਕਿ ਜਿਹੜੀ ਆਪਣੀ ਕੰਟੀਨਿਊਸ ਸਪਲਾਈ ਜਿਹੜੀ ਆਪਣੇ ਲੋਕੋਮੋਟਿਵ ਦੇ ਸਿਸਟਮ ਨੂੰ ਮਿਲਦੀ ਰਹੇ। ਉਸ ਤੋਂ ਬਾਅਦ ਆਪਣਾ ਹੈਗਾ ਸਰਕਟ ਬ੍ਰੇਕਰ। ਸਰਕਟ ਬ੍ਰੇਕਰ ਆ ਜਿਹੜਾ ਉਹ ਪ੍ਰੋਟੈਕਟਿੰਗ ਡਿਵਾਈਸ ਆ ਇੱਕ, ਜਿਹੜਾ ਆਪਾਂ ਪਾਵਰ ਸਿਸਟਮ ਦੇ ਵਿੱਚ ਵੀ ਪੜ੍ਹਿਆ ਵਾ। ਇਹ ਕੀ ਕਰਦਾ ਵਾ, ਇਨ ਕੇਸ ਆਫ ਐਨੀ ਫੋਲਟ ਕੰਡੀਸ਼ਨ, ਇਹ ਜਿਹੜਾ ਆਪਣੇ ਸਿਸਟਮ ਨੂੰ ਆਈਸੋਲੇਟ ਕਰ ਦਿੰਦਾ। ਸਿਸਟਮ ਮਤਲਬ ਲੋਕੋਮੋਟਿਵ ਨੂੰ ਆਈਸੋਲੇਟ ਕਰ ਦਿੰਦਾ ਵਾ, ਤਾਂ ਕਿ ਜਿਹੜੀ ਉਹਦੇ ਵਿੱਚ ਅੰਦਰ ਆਪਣੇ ਲੋਕੋਮੋਟਿਵ ਦੇ ਜਿਹੜੇ ਵੀ ਇਕਵਿਪਮੈਂਟ ਆ ਉਹਨਾਂ ਦੀ ਪ੍ਰੋਟੈਕਸ਼ਨ ਕੀਤੀ ਜਾ ਸਕੇ। ਉਸ ਤੋਂ ਬਾਅਦ ਆਪਣਾ ਆਉਂਦਾ ਵਾ ਮੇਨ ਟਰਾਂਸਫਾਰਮਰ। ਮੇਨ ਟਰਾਂਸਫਾਰਮਰ ਦੇ ਵਿੱਚ ਆਪਾਂ ਜਿਹੜੀ ਸਟੈਪ ਡਾਊਨ ਕਰਦੇ ਹਾਂ ਵੋਲਟੇਜ ਨੂੰ, ਅਤੇ ਆਪਣਾ ਜਿਹੜੀ ਸਟੈਪ ਡਾਊਨ ਵੋਲਟੇਜ ਆ ਉਹ ਆਪਾਂ ਮੇਨ ਰੈਕਟੀਫਾਇਰ ਨੂੰ ਦਿੰਦੇ ਹਾਂ। ਮੇਨ ਰੈਕਟੀਫਾਇਰ ਕੀ ਕਰਦਾ ਵਾ, ਉਹਨੂੰ DC 'ਚ ਕਨਵਰਟ ਕਰਕੇ DC ਲਿੰਕ ਨੂੰ ਦਿੰਦਾ ਵਾ। DC ਲਿੰਕ ਦਾ ਕੀ ਕੰਮ ਆ, DC ਲਿੰਕ ਜਿਹੜੀ ਇੱਕ ਤਾਂ ਸਪਲਾਈ ਦਿੰਦੀ ਆ ਮੇਨ ਇਨਵਰਟਰ ਅਤੇ ਐਗਜ਼ਿਲਰੀ ਇਨਵਰਟਰ ਨੂੰ। ਦੂਜਾ ਇਹਦੇ 'ਚ ਆਪਣਾ ਫਿਲਟਰ ਅਰੇਂਜਮੈਂਟ ਸਰਕਟ ਲੱਗਿਆ ਹੁੰਦਾ, ਜਿਹਦੇ 'ਚ ਆਪਣੇ ਕਪੈਸਿਟਰ ਅਤੇ ਇੰਡਕਟਰ ਅਰੇਂਜਮੈਂਟ ਲੱਗੀ ਹੁੰਦੀ ਆ, ਜਿਹਦੇ ਨਾਲ ਆਪਣੇ ਕੋਈ ਵੀ ਹਾਰਮੋਨਿਕਸ ਆ ਉਹਨੂੰ ਰਿਡਿਊਸ ਕਰਕੇ, ਉਹਨੂੰ ਰਿਮੂਵ ਕਰਕੇ ਜਿਹੜੀ ਆਪਣੀ ਪ੍ਰੋਪਰ ਸਪਲਾਈ ਦਿੰਦੀ ਆ। ਹਾਰਮੋਨਿਕਸ ਜਿਹੜੇ ਆਉਂਦੇ ਆ ਉਹ ਜਿਹੜੀ ਆਪਾਂ ਓਵਰਹੈਡ ਲਾਈਨਸ ਤੋਂ ਜਿਹੜੀ ਸਪਲਾਈ ਲੈਂਦੇ ਆ, ਉਹਦੇ 'ਚ ਵੇਰੀਏਸ਼ਨ ਕਰਕੇ, ਚਾਹੇ ਉਹ ਕੋਈ ਵੀ ਤਰ੍ਹਾਂ ਦੀ ਵੇਰੀਏਸ਼ਨ ਹੋਵੇ ਜਾਂ ਕੰਟੈਕਟ ਅਨਕੰਟੈਕਟ ਕਰਕੇ ਹੋਵੇ ਪੈਂਟੋਗ੍ਰਾਫ ਦੇ, ਜਾਂ ਫਿਰ ਕੋਈ ਵੀ ਲੋਡ ਕਰਕੇ ਜਿਹੜਾ ਲੋਡ ਚੇਂਜ ਹੋਣ ਕਰਕੇ ਆਪਣਾ ਜਿਹੜਾ ਸਿਸਟਮ ਦੇ ਵਿੱਚ ਵੇਰੀਏਸ਼ਨ ਆਉਂਦੀ ਆ, ਉਹਦੇ ਨਾਲ ਹਾਰਮੋਨਿਕਸ ਪ੍ਰੋਡਿਊਸ ਹੁੰਦੇ ਆ, ਉਹਨੂੰ ਆਪਾਂ ਰਿਡਿਊਸ ਕਰਦੇ ਵਿਦ ਦਾ ਹੈਲਪ ਆਫ ਕਪੈਸਿਟਰ ਅਤੇ ਇੰਡਕਟਰ ਅਰੇਂਜਮੈਂਟ ਦੇ ਨਾਲ। ਉਸ ਤੋਂ ਬਾਅਦ ਜਿਹੜੀ ਇਹ ਮੇਨ ਇਨਵਰਟਰ ਨੂੰ ਸਪਲਾਈ ਦਿੱਤੀ ਜਾਂਦੀ ਹੈ DC ਲਿੰਕ ਥਰੂ। ਉਹ ਜਿਹੜਾ ਮੇਨ ਇਨਵਰਟਰ ਦਾ ਕੀ ਕੰਮ ਆ, ਉਹ ਆਪਣੀ ਜਿਹੜੀ DC ਸਪਲਾਈ ਲੈ ਕੇ 3 ਫੇਸ AC ਸਪਲਾਈ ਦੇ ਵਿੱਚ ਕਨਵਰਟ ਕਰਦਾ ਵਾ, ਅਤੇ ਆਪਣੀ 3 ਫੇਸ AC ਮੋਟਰ ਨੂੰ ਸਪਲਾਈ ਦਿੰਦਾ ਵਾ।
3 ਫੇਸ AC ਮੋਟਰ ਜਿਹੜੇ ਆਪਣੇ ਜਿੰਨੇ ਵੀ ਆਪਣੇ ਲੋਕੋਮੋਟਿਵਸ ਦੇ ਵੀਲਸ ਆ ਉਹਨਾਂ ਦੇ ਨਾਲ ਲੱਗੀ ਹੁੰਦੀ ਆ ਤੇ ਉਹਨਾਂ ਨੂੰ ਰੋਟੇਟਸ ਕਰਨ ਦੇ ਵਿੱਚ ਹੈਲਪ ਕਰਦੀ ਹੈ, ਜਿਹਦੇ ਨਾਲ ਆਪਣਾ ਲੋਕੋਮੋਟਿਵ ਮੂਵ ਕਰਦਾ ਵਾ। ਨੈਕਸਟ ਦੂਜੇ ਪਾਸੇ ਆਈਏ ਜੇ ਐਗਜ਼ਿਲਰੀ ਇਨਵਰਟਰ ਵੱਲ। ਐਗਜ਼ਿਲਰੀ ਇਨਵਰਟਰ ਦਾ ਕੀ ਕੰਮ ਆ, ਜਿੰਨੇ ਹੋਰ ਬਾਕੀ ਅਦਰ ਕੰਪੋਨੈਂਟਸ ਜਿਹੜੇ ਉਹ ਲੱਗੇ ਹੁੰਦੇ ਆ ਆਪਣੇ ਸਿਸਟਮ ਦੇ ਵਿੱਚ, ਜਿਵੇਂ ਲੋਕੋ ਕੂਲਿੰਗ ਫੈਨ ਹੋ ਗਿਆ। ਲੋਕੋ ਕੂਲਿੰਗ ਫੈਨ ਦਾ ਕੀ ਕੰਮ ਆ, ਜਿੰਨੇ ਵੀ ਆਪਣਾ ਪਾਵਰ ਸਰਕਟ ਆ ਉਹਦੇ ਨਾਲ ਜਿਹੜੀ ਹੀਟ ਪ੍ਰੋਡਿਊਸ ਹੁੰਦੀ ਆ ਲੋਕੋਮੋਟਿਵ ਦੇ ਵਿੱਚ, ਇਹ ਲੋਕੋ ਕੂਲਿੰਗ ਫੈਨਸ ਜਿਹੜੇ ਹੀਟ ਨੂੰ ਰਿਡਿਊਸ ਕਰਦੇ ਆ, ਜਿਹੜੀ ਆਪਣੀ ਹੀਟ ਨੂੰ ਬਾਹਰ ਸੁੱਟਣ ਦੇ ਵਿੱਚ ਮਦਦ ਕਰਦੇ ਆ। ਨੈਕਸਟ ਆਪਣਾ ਆਉਂਦਾ ਯੈਲੋ ਕਲਰ ਦਾ, ਇੱਥੇ ਕੰਪਰੈਸ਼ਰ ਲੱਗਿਆ ਵਾ। ਕੰਪਰੈਸ਼ਰ ਦਾ ਮੇਨ ਕੰਮ ਕੀ ਆ, ਕੰਪਰੈਸ਼ਰ ਨੇ ਜਿਹੜੀ ਹੀਟਿੰਗ ਤੇ ਆਪਣੀ ਕੂਲਿੰਗ ਜਿਹੜਾ ਆਪਾਂ ਪ੍ਰੋਵਾਈਡ ਕਰਾਉਣੀ ਆ ਆਪਣੇ ਲੋਕੋਮੋਟਿਵ ਯੂਨਿਟ ਨੂੰ। ਨੈਕਸਟ ਆਪਣਾ ਆ ਜਾਂਦੇ ਆ ਮੋਟਰ ਬਲੋਅਰਸ। ਜਿਹੜੀਆਂ 3 ਫੇਸ ਮੋਟਰਸ ਆ ਉਹ ਲੋਡ ਲੈਣ ਕਰਕੇ ਬਹੁਤ ਜ਼ਿਆਦਾ ਹੀਟ ਪ੍ਰੋਡਿਊਸ ਕਰਦੀਆਂ ਵਾ, ਇਸ ਕਰਕੇ ਮੋਟਰ ਨੂੰ ਸੈਪਰੇਟਲੀ ਜਿਹੜੇ ਬਲੋਅਰ ਲਾਏ ਜਾਂਦੇ ਆ ਤਾਂ ਕਿ ਉਹਨਾਂ ਦੀ ਕੂਲਿੰਗ ਪ੍ਰੋਪਰ ਕੂਲਿੰਗ ਕੀਤੀ ਜਾ ਸਕੇ। ਉਸ ਤੋਂ ਬਾਅਦ ਆ ਜਾਂਦਾ ਆਪਣਾ ਐਗਜ਼ਿਲਰੀ ਰੈਕਟੀਫਾਇਰ। ਐਗਜ਼ਿਲਰੀ ਰੈਕਟੀਫਾਇਰ ਜਿਹੜਾ AC ਸਿੰਗਲ ਫੇਸ AC ਨੂੰ ਜਿਹੜਾ ਉਹ DC 'ਚ ਕਨਵਰਟ ਕਰਕੇ ਬੈਟਰੀ ਚਾਰਜ ਕਰਦਾ ਵਾ। ਬੈਟਰੀ ਜਿਹੜੀ ਆਪਾਂ ਇਨ ਐਮਰਜੈਂਸੀ ਆਪਾਂ ਯੂਜ਼ ਕਰ ਸਕਦੇ ਹਾਂ। ਜੇ ਆਪਣੀ ਕਿਸੇ ਵੀ ਕਾਰਨ ਕਰਕੇ ਆਪਣੀ ਸਪਲਾਈ ਬੰਦ ਹੋ ਜਾਂਦੀ ਆ ਤਾਂ ਐਮਰਜੈਂਸੀ ਲਾਈਟਸ ਅਤੇ ਫੈਨ ਜਿਹੜੇ ਉਹ ਲੋਕੋਮੋਟਿਵ ਜਾਂ ਟ੍ਰੇਨ ਦੇ ਵਿੱਚ ਜਿਹੜੇ ਉਹ ਚੱਲਦੇ ਰਹਿਣ। ਇਸ ਕਰਕੇ ਜਿਹੜੀ ਇਹ ਬੈਟਰੀ ਐਮਰਜੈਂਸੀ ਦੇ ਵਿੱਚ ਆਪਣੇ ਕੰਮ ਆਉਂਦੀ ਆ। ਇੱਕ ਹੋਰ ਰਹਿ ਗਿਆ ਆਪਣਾ ਕੰਪੋਨੈਂਟ ਐਕਸਲ ਬਰਸ਼ਿਸ। ਐਕਸਲ ਬਰਸ਼ਿਸ ਨੂੰ ਆਪਾਂ ਯੂਜ਼ ਕਰਦੇ ਹਾਂ ਐਜ਼ ਅ ਰਿਟਰਨਿੰਗ ਪਾਥ। ਇੱਕ ਜਿਹੜੀ ਆਪਣੇ ਮੇਨ ਟਰਾਂਸਫਾਰਮਰ ਨੂੰ ਸਪਲਾਈ ਜਿਹੜੀ ਹੈ ਫੇਸ ਸਪਲਾਈ ਜਿਹੜੀ ਓਵਰਹੈਡ ਲਾਈਨ ਤੋਂ ਦੇ ਦਿੰਦੇ ਹਾਂ, ਅਤੇ ਉਹਦਾ ਰਿਟਰਨਿੰਗ ਪਾਥ ਆ ਉਹ ਆਪਾਂ ਰੇਲ ਥਰੂ ਵੀਲ ਥਰੂ ਹੋ ਕੇ ਥਰੂ ਐਕਸਲ ਬਰਸ਼ਿਸ ਦੇ ਆਪਾਂ ਜਿਹੜੀ ਉਹਨੂੰ ਟਰਾਂਸਫਾਰਮਰ ਨੂੰ ਆਪਣੇ ਨੂੰ ਸਪਲਾਈ ਦਿੰਦੇ ਹਾਂ, ਜਿਹਦੇ ਨਾਲ ਆਪਣਾ ਸਰਕਟ ਕੰਪਲੀਟ ਹੁੰਦਾ ਅਤੇ ਫਰਦਰ ਅੱਗੇ ਜਿਹੜੀ ਸਪਲਾਈ ਯੂਜ਼ ਕਰਦੇ ਹਾਂ ਆਪਾਂ। ਇਹਦੇ ਵਿੱਚ ਆਪਣਾ ਇਹ ਸਾਰਾ ਬਲੌਕ ਡਾਇਗਰਾਮ ਹੋ ਗਿਆ। ਇਹਦੇ ਮੈਂ ਨੋਟਸ ਵੀ ਪਾ ਚੁੱਕਿਆ ਵਾਂ, ਅਤੇ ਜੇ ਕੋਈ ਕਿਊਰੀ ਹੋਵੇ ਤਾਂ ਕੁਐਸ਼ਚਨਿੰਗ ਕਰ ਸਕਦੇ ਆ। ਕੋਈ ਵੀ ਸਟੂਡੈਂਟ ਮੇਰੇ WhatsApp ਨੰਬਰ 'ਤੇ ਵੀ ਕਰ ਸਕਦਾ ਜਾਂ ਕਾਲ ਕਰਕੇ ਵੀ ਕੋਈ ਵੀ ਸਟੂਡੈਂਟ ਆਪਣੀ ਕਿਊਰੀ ਕਰ ਸਕਦਾ। ਥੈਂਕ ਯੂ।